पंजाब विच खेती बिलों नूं लैके किसान जथेबंदियां वालों कीते जा रहे मुजाहरियां ने पंजाब की सियासत का मुहांदरा ही बदल के रख दिता है। कारगुजारी पक्षों मरदी कांग्रेस सरकार विच जिवें इन्हां किसानी बिलों ने नवे साह भर दिते होण ते उधर अकाली दल अते भाजपा का नूंह मास का रिश्ता टुटण तो बाद अकाली दल भी पिंडां विच अपना मूँह दिखाउण योग हो गया लगता है। आसार अकाली दल अते BSP के गठजोड़ के भी बनते नज़र आ रहे हैं तो आम आदमी पार्टी भी पिछे नहीं है, वो भी इन्हां मुजाहरियां विच बढ़ चढ़ के हिस्सा लै रही है। मुख दी गल यह है कि पंजाब की सियासत हुण वो नहीं है जो अज तो करीब 1 महीना पहलां सी। इस वीडियो में असीं सियासी मारां तो ये जानने की कोशिश करते हैं कि आने वाले दिनों में पंजाब की सियासत का वातावरण किवें दा होवेगा। तुसीं जिहड़ा 25 का जे बंद दे उत्ते नज़र मारो, जिहड़ा 25 सितंबर नूं बंद कीता सी, जिहड़ा किसानां ने काल दित्ती सी बंद दी, ਉਹਦੇ ਵਿੱਚ ਇੱਕ ਜਿਹੜੀ बहुत समझने वाली गल सीगी ਜਿਹੜੀ अखबारां 'ਚ उदां नहीं आई, ਜਿਹੜੀ कि BJP ਲਈ खतरे की घंटी आ। ਉਹ ਇਹੋ ਜਿਹੇ ਆੜਤੀਏ ਤੇ ਇਹੋ ਜਿਹਾ ਵਰਗ ਜਿਹੜਾ ਪਹਿਲਾਂ ਮੰਦਰਾਂ 'ਚ ਮੱਥਾ ਟੇਕਿਆ ਤੇ ਫਿਰ ਉਹ ਬੰਦ 'ਚ ਆ ਕੇ ਬੈਠਾ। ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਾਓ ਕਿ ਉਹ BJP ਨਾਲ ਕਿੰਨੇ ਜੁੜੇ ਹੋਣਗੇ। ਜਦੋਂ ਹਾਲਾਤ ਇਹ ਬਣ ਜਾਣ, ਜਦੋਂ ਤੁਹਾਡੀ ਰੋਟੀ ਦੇ ਲਈ ਖਤਰਾ ਪੈਦਾ ਹੋ ਜਾਵੇ। ਇੱਥੇ ਹੁਣ ਕਿਸਾਨਾਂ ਦਾ ਤਾਂ ਜ਼ਿਮੀਂਦਾਰਾਂ ਦਾ ਤੇ ਜਾਂ ਮੁਲਾਜ਼ਮਾਂ ਦਾ ਤੇ ਜੇ ਆੜਤੀਆਂ ਦਾ ਮਸਲਾ ਨਹੀਂ ਰਹਿ ਗਿਆ, ਇਹ ਮਸਲਾ ਉਦੋਂ ਵੀ ਗਾਂਹ ਚਲਾ ਗਿਆ। ਪੰਜਾਬ ਦੀ ਹੋਂਦ ਦਾ ਖਤਰਾ ਪੈਦਾ ਪੈ ਗਿਆ ਕਿਉਂਕਿ ਇਹ ਗੱਲ ਇੱਕਦਮ ਲੋਕਾਂ ਨੂੰ ਸਮਝ ਆ ਗਈ, ਕਿਸਾਨਾਂ ਨੂੰ ਖਾਸ ਕਰਕੇ ਜਿਨ੍ਹਾਂ ਨੂੰ ਕਹਿੰਦੇ ਵੀ ਅਨਪੜ੍ਹ ਆ ਬੰਦੇ ਜਾਂ ਮਜ਼ਦੂਰ ਆ, ਉਹਨਾਂ ਨੂੰ ਪਤਾ ਵੀ ਜੇ ਖੇਤੀ ਨਹੀਂ ਬਚੀ, ਖੇਤੀਬਾੜੀ ਦਾ ਕੰਟਰੋਲ ਉਹਨਾਂ ਦੇ ਕੋਲ ਨਹੀਂ ਰਹਿਣਾ ਤੇ ਫਿਰ ਪੰਜਾਬ ਜਾਂ ਪੰਜਾਬ ਦੇ ਲੋਕਾਂ ਦਾ ਉਹ ਹਾਲ, ਉਹ ਹਸ਼ਰ ਜਿਹੜਾ ਹੋਣਾ ਆ, ਜਿਹੜਾ ਉਹ ਸੋਚ ਵੀ ਨਹੀਂ ਸਕਦੇ। ਸ਼੍ਰੋਮਣੀ ਅਕਾਲੀ ਦਲ ਜਿਹੜਾ ਕਿ ਜਿਹਨੂੰ ਲੋਕ ਮੰਨਦੇ ਸੀ ਵੀ ਇਹ ਕਿਸਾਨੀ ਦੀ ਗੱਲ ਕਰਦਾ, ਹੁਣ ਦੇਖੋ ਸੁਖਬੀਰ ਬਾਦਲ ਨੂੰ ਆਪ ਜ਼ੋਰ ਦੇ ਦੇ ਕੇ ਕਹਿਣਾ ਪੈ ਰਿਹਾ ਵੀ ਅਸੀਂ ਕਿਸਾਨਾਂ ਦੀ ਪਾਰਟੀ ਹਾਂ। ਕਿਸਾਨ ਨਹੀਂ ਕਹਿ ਰਹੇ ਕਿਉਂਕਿ ਉਹਨਾਂ ਨੇ ਪਹਿਲਾਂ ਪੰਥ ਦਾ ਮੁੱਦਾ ਛੱਡਿਆ, ਫਿਰ ਕਿਸਾਨੀ ਦਾ ਮੁੱਦਾ ਛੱਡਿਆ। ਜਿਹੜੇ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੋਣ ਤੱਕ ਵੀ ਉਸ ਬਿੱਲ ਦੀ ਹਮਾਇਤ ਕਰਦੇ ਸੀ ਤੇ ਫਿਰ ਇੱਕਦਮ ਉਹਨਾਂ ਨੂੰ ਉਦੋਂ ਯੂ ਟਰਨ ਲੈਣਾ ਪਿਆ ਜਦੋਂ ਉਹਨਾਂ ਕੋਲ ਇਹ ਰਿਪੋਰਟਾਂ ਚੱਲ ਗਈਆਂ ਕਿ ਕਿਸਾਨਾਂ ਨੇ ਜਿੱਦਾਂ ਪੰਜਾਬੀ 'ਚ ਕਹਿ ਲਓ ਵੀ ਹੁਣ ਜੁੱਤੀ ਲਈ ਆ ਲਾ ਤੇ ਪੱਲੇ ਨਹੀਂ ਰਹਿਣਾ ਕੱਖ ਵੀ। ਫਿਰ ਅਸਤੀਫਾ ਵੀ ਦੇਣਾ ਪਿਆ ਤੇ ਹੋਰ ਵੱਡੀ ਗਲਤੀ ਨੇ ਇਹ ਕੀਤੀ ਕਿ 4-5 ਦਿਨ ਫਿਰ ਵੇਟ ਕਰ ਲਿਆ ਵੀ ਨਾਤਾ ਤੋੜੀਏ ਕਿ ਨਾ ਤੋੜੀਏ। ਜਦੋਂ ਕਿਸਾਨਾਂ ਨੇ ਇਹ ਗੱਲ ਵੀ ਉਹਨਾਂ ਦੀ ਜਿੱਦਾਂ ਕਹਿ ਲਓ ਵੀ ਅੰਦੋਲਨ ਦੀ ਧਮਕ ਨੇ ਅਸਤੀਫਾ ਦੇਣ ਲਈ ਮਜਬੂਰ ਕੀਤਾ ਜਿਹੜੀ ਹਰਸਿਮਰਤ ਕੌਰ ਬਾਦਲ ਨੂੰ, ਤੇ ਮੁੜ ਕੇ ਜਦੋਂ ਪਾਰਟੀ ਦੇ ਅੰਦਰੋਂ ਉੱਠਣ ਲੱਗ ਪਈਆਂ ਗੱਲਾਂ ਕਿ ਜੇ ਨਾਤਾ ਨਾ ਤੋੜਿਆ ਆਪਣਾ ਅਸੀਂ ਪਿੰਡਾਂ 'ਚ ਵੜਨ ਜੋਗੇ ਨਹੀਂ ਰਹਿਣਾ। ਹੁਣ ਅਕਾਲੀ ਦਲ ਪਿੰਡਾਂ 'ਚ ਵੜਨ ਜੋਗਾ ਹੋਇਆ, ਹਜੇ ਜੇ ਕਹਿ ਦਈਏ ਵੀ ਇਹ ਹੁਣ ਉੱਭਰੂਗਾ, ਹਜੇ ਕਿਸਾਨਾਂ ਦੇ ਮਨਾਂ 'ਚ ਫਿਰ ਆਪਣੀ ਜਗ੍ਹਾ ਬਣਾ ਲੂਗਾ, ਹਜੇ ਉੱਦਾਂ ਦੀ ਸਿਚੁਏਸ਼ਨ ਨਹੀਂ ਬਣੀ। ਖੇਤੀਬਾੜੀ ਆਰਡੀਨੈਂਸ ਦੇ ਮੁੱਦੇ ਤੇ ਉਹ ਅਕਾਲੀ ਦਲ, ਉਹ ਹਰਸਿਮਰਤ ਕੌਰ ਬਾਦਲ ਜਿਹੜੀ ਪਹਿਲੇ ਇਹ ਗੱਲ ਕਹਿੰਦੀ ਹੋਈ ਅਕਸਰ ਦੇਖੀ ਗਈ ਸੀ ਕਿ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ, ਕਿਸਾਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ, ਇਸ ਕਿਸਾਨੀ ਬਿੱਲ ਦੇ ਵਿੱਚ ਇੱਦਾਂ ਦਾ ਕੁਛ ਨਹੀਂ ਹੈ ਜਿਹੜਾ ਕਿਸਾਨਾਂ ਦੇ ਖਿਲਾਫ ਹੋਏ। ਉਹਨਾਂ ਨੇ ਆਪਣਾ ਅਚਾਨਕ ਯੂ ਟਰਨ ਲਿਆ ਔਰ ਉਹਨਾਂ ਨੇ ਖੇਤੀਬਾੜੀ ਆਰਡੀਨੈਂਸ ਦੇ ਖਿਲਾਫ ਪਾਰਲੀਮੈਂਟ ਦੇ ਵਿੱਚ ਆਪਣਾ ਸਟੈਂਡ ਲਿਆ ਔਰ ਸਟੈਂਡ ਲੈਣ ਤੋਂ 4 ਦਿਨਾਂ ਬਾਅਦ, यानी बहाना यह बनाया गया कि 4 दिन तक सुखबीर बादल उन्होंने पूरे प्रदेश का दौरा करेंगे। दौरा करने तो बाद लोगों की राय जानने तो बाद वो कोई फैसला लेंगे और फैसला उही होया जिहड़ा उम्मीद उस 4 दिन पहले भी सीगी कि उन्होंने अकाली दल ने अपना भाजपा के नाल नाता तोड़ लिया। हुण भाजपा पंजाब दे विच सिर्फ 23 सीटां लड़दी सी और सिर्फ एक बार वो सब तो ज़्यादा जब सीटां जित्ती सीगी ते 19 सीटां जित्ती सीगी। यानी भाजपा चाह के भी अपने पंख पसार नहीं रह सकती सी पंजाब में, क्योंकि जब भी वो रूरल क्षेत्र के जाने की कोशिश करते सी ते उत्थे अकाली दल सरगर्म होकर अकाली दल जिहड़ा गठबंधन के धर्म की एक तरीके नाल उन्होंने याद दिलाते हुए कहना भी नहीं तुसी अपनी हादी च रहो, तुसी हुण शहरों के वास्ते हैगे हो, तुसी शहर च रहो। और BJP काफ़ी टाइम तो इस गल की खोज ही सीगी कि एक पगधारी नेता साडे नाल ज़्यादा तो ज़्यादा जुड़न ਤੇ ਅਸੀਂ ਪੰਜਾਬ ਦੇ ਵਿੱਚ ਆਪਣਾ ਵਿਸਤਾਰ ਕਰਨ। ਹੁਣ BJP ਦੇ ਕੋਲ ਮੈਦਾਨ ਖੁੱਲ੍ਹਾ ਹੈ। ਢੀਂਡਸਾ ਸਾਹਿਬ ਨੂੰ ਉਹਨਾਂ ਨੇ ਪਹਿਲੇ ਹੀ ਤਿਆਰ ਕਰ ਲਿਆ ਸੀਗਾ, ਭਾਵੇਂ ਇਹ ਗੱਲ ਪਹਿਲੇ ਅਖਬਾਰਾਂ ਦੇ ਵਿੱਚ ਅੰਡਰ ਕਰੰਟ ਦੇ ਰਾਹੀਂ ਚੱਲਦੀ ਸੀ ਵੀ ਢੀਂਡਸਾ ਸਾਹਿਬ ਜਦ ਅਚਾਨਕ ਹੀ ਬਾਦਲਾਂ ਤੋਂ ਖਿਲਾਫ ਹੋਏ ਸੀ ਤੇ 1.5-2 ਸਾਲ ਉਹਨਾਂ ਨੇ ਕੁਝ ਨਹੀਂ ਕੀਤਾ। ਯਾਨੀ 1.5 ਸਾਲ ਤੱਕ ਉਹਨਾਂ ਨੇ ਆਪਣਾ ਕੋਈ ਵੀ ਸਟੈਂਡ ਸਪਸ਼ਟ ਨਹੀਂ ਕੀਤਾ। ਅਕਾਲੀ ਦਲ ਤੋਂ ਨਾਤਾ ਤੋੜਿਆ ਪਰ ਉਹਨਾਂ ਨੇ ਕਿਸ ਪਾਰਟੀ ਦੇ ਨਾਲ ਕੀ ਉਹਨਾਂ ਦੀ ਰਣਨੀਤੀ ਹੋਏਗੀ,
ਕੀ ਰਾਜਨੀਤੀ ਹੋਏਗੀ ਉਹਦਾ ਖੁਲਾਸਾ ਮੇਰੇ ਖਿਆਲ ਨਾਲ 3-4 ਮਹੀਨੇ ਪਹਿਲੇ ਹੀ ਕੀਤਾ ਹੈ, ਜਦ ਉਹਨਾਂ ਨੇ ਅਕਾਲੀ ਦਲ ਟਕਸਾਲੀ ਤੋਂ ਵੀ ਵੱਖ ਹੋ ਕੇ ਆਪਣਾ ਇੱਕ ਵੱਖਰਾ ਦਲ ਬਣਾਉਣ ਦੀ ਗੱਲ ਕੀਤੀ। ਔਰ ਕਿਹਾ ਜਾਂਦਾ ਸੀਗਾ ਕਿ ਬੀਜੇਪੀ ਦੇ ਨਾਲ ਉਹਨਾਂ ਦੀ ਅੰਦਰ ਖਾਤੇ ਸੈਟਿੰਗ ਹੈਗੀ ਹੈ, ਜਦ ਉਹਨਾਂ ਨੂੰ ਇੱਕ ਨੈਸ਼ਨਲ ਅਵਾਰਡ ਵੀ ਮਿਲਿਆ ਸੀਗਾ ਪਦਮ ਸ਼੍ਰੀ ਦਾ। ਔਰ ਉਸ ਤੋਂ ਬਾਅਦ ਭਾਜਪਾ ਔਰ ਢੀਂਡਸਾ ਸਾਹਿਬ ਦੀ ਨਜ਼ਦੀਕੀਆਂ ਉਹ ਸ਼ੁਰੂ ਤੋਂ ਹੀ ਅਖਬਾਰਾਂ ਦੇ ਵਿੱਚ ਸੁਰਖੀਆਂ ਬਣੀ ਹੋਈ ਸੀਗੀ, ਔਰ ਹੁਣ ਉਹ ਗੱਲ ਸੱਚ ਹੋਣ ਜਾ ਰਹੀ ਹੈ। ਸਰ ਇਹ ਮਤਲਬ ਆਪਣੇ ਢੀਂਡਸਾ ਸਾਹਿਬ ਲਈ ਲਾਹੇਵੰਦ ਹੋਏਗਾ ਕਿ ਹੁਣ ਇਹਨਾਂ ਹਾਲਾਤਾਂ ਦੇ ਵਿੱਚ ਬੀਜੇਪੀ ਨਾਲ ਅਲਾਈਅੰਸ ਕਰਨ ਜਾਂ ਗੱਲਬਾਤ ਕਰਨ ਇਹਨਾਂ ਹਾਲਾਤ? ਜਿੱਦਾਂ ਮੈਂ ਪਹਿਲੇ ਕਿਹਾ ਕਿ ਭਾਜਪਾ ਪੰਜਾਬ ਦੇ ਵਿੱਚ ਜੂਨੀਅਰ ਪਾਰਟਨਰ ਦਾ ਰੋਲ ਅਦਾ ਕਰ ਰਹੀ ਸੀ, ਹੁਣ ਸੀਨੀਅਰ ਪਾਰਟਨਰ ਬਣਨ ਨੂੰ ਫਿਰਦੀ ਹੈ, ਔਰ ਉਹਦੇ ਵਾਸਤੇ ਜੂਨੀਅਰ ਪਾਰਟਨਰ ਦੀ ਲੋੜ ਹੈਗੀ ਹੈ। ਔਰ ਹਿੰਦੂ ਸਿੱਖ ਜਿਹੜਾ ਕੰਬੀਨੇਸ਼ਨ ਦੀ ਗੱਲ ਮੈਂ ਕਰ ਰਿਹਾ ਸੀਗਾ, ਉਹ ਕਿਸੇ ਨਾ ਕਿਸੇ ਜਗ੍ਹਾ ਬਾਦਲਾਂ ਦੇ ਉਹਨਾਂ ਤੋਂ ਅਲੱਗ ਹੋਣ ਤੋਂ ਬਾਅਦ ਉਹ ਘਾਟ ਢੀਂਡਸਾ ਦੇ ਰਾਹੀਂ ਪੂਰੀ ਕਰਨਗੇ। ਹਜੇ ਤਾਂ ਤੋੜ-ਫੋੜ ਹੋਣੀ ਹੈ। ਅਕਾਲੀ ਦਲ ਦੇ ਬਹੁਤ ਸਾਰੇ ਆਗੂ ਤੁਸੀਂ ਆਉਣ ਵਾਲੇ ਟਾਈਮ ਵਿੱਚ ਦੇਖੋਗੇ ਕਿ ਉਹ ਭਾਜਪਾ ਜੁਆਇਨ ਕਰ ਰਹੇ ਹੈ। ਕਾਂਗਰਸ ਦੇ ਵੀ ਕੁਛ ਆਗੂ ਜਿਨ੍ਹਾਂ ਵਿੱਚੋਂ ਬਾਜਵਾ ਸਾਹਿਬ ਦੀ ਵੀ ਗੱਲ ਚੱਲਦੀ ਪਈ ਸੀ, ਸੁਖਪਾਲ ਸਿੰਘ ਖਹਿਰਾ ਉਹਨਾਂ ਦੀ ਵੀ ਗੱਲ ਚੱਲਦੀ ਪਈ ਸੀ, ਹੋਰ ਵੀ ਇਸ ਤਰ੍ਹਾਂ ਦੇ ਆਗੂ ਉਹ ਸ਼ਾਇਦ ਭਾਜਪਾ ਜੁਆਇਨ ਕਰ, ਸ਼ਾਇਦ ਕਹਿ ਰਿਹਾ ਮੈਂ ਇਸ ਗੱਲ ਦਾ। ਪਰ ਹੁਣ ਇਹਨਾਂ ਹਾਲਾਤਾਂ ਤੋਂ ਬਾਅਦ ਕਿਉਂਕਿ ਇੱਕ ਬੀਜੇਪੀ ਦਾ ਇੱਕ ਇਮੇਜ ਬਣ ਗਈ ਹੈ ਕਿ ਇੱਕ ਇਹ ਪੰਜਾਬ ਦੇ ਕਿਸਾਨਾਂ ਦੇ ਵਿਰੋਧੀ ਹੈ ਤੇ ਪਿੰਡਾਂ ਦੇ ਵਿੱਚ ਮੈਜੋਰਿਟੀ ਜਿਹੜੇ ਵੋਟਰ ਹੈ ਉਹ ਕਿਸਾਨ ਹੈ, ਤੇ ਜੇ ਬਾਜਵਾ ਸਾਹਿਬ ਚਾਹੇ ਢੀਂਡਸਾ ਸਾਹਿਬ ਚਾਹੇ ਜੋ ਵੀ ਤੁਸੀਂ ਕਹਿ ਰਹੇ ਹੋ, ਜੇ ਇਹ ਜਾਣਗੇ ਬੀਜੇਪੀ ਦੇ ਵਿੱਚ ਤੇ ਉਹ ਆਪਣੀ ਇਮੇਜ ਨਹੀਂ ਖਰਾਬ ਕਰਨਗੇ? ਸਭ ਤੋਂ ਪਹਿਲੇ ਤੇ ਇਹ ਜਿਹੜੀ ਪੋਲਿਟਿਕਸ ਦੇ ਵਿੱਚ ਇਮੇਜ ਖਰਾਬ ਹੋਣ ਵਾਲੀ ਗੱਲ ਹੈਗੀ ਹੈ ਨਾ, ਹੁਣ ਕਿਸਾਨਾਂ ਦੇ ਮੁੱਦੇ ਤੇ ਆਪਾਂ ਕਹਿੰਦੇ ਹਾਂ ਕਿ ਭਾਜਪਾ ਦੀ ਇਮੇਜ ਖਰਾਬ ਹੋ ਰਹੀ ਹੈ। ਕਿਸਾਨਾਂ ਦੀ ਡਿਮਾਂਡ ਕੀ ਹੈ? ਕਿਸਾਨਾਂ ਦੀ ਡਿਮਾਂਡ ਹੈ MSP ਕੰਟੀਨਿਊ ਰਹੇ ਔਰ ਸਰਕਾਰੀ ਖਰੀਦ ਕੰਟੀਨਿਊ ਰਹੇ। ਇਸ ਗੱਲ ਦਾ ਭਰੋਸਾ ਬੀਜੇਪੀ ਇੱਕ ਤਰੀਕੇ ਨਾਲ ਵਰਬਲ ਤੌਰ ਤੇ ਦੇ ਰਹੀ ਹੈ, ਪਰ ਇਸ ਗੱਲ ਦਾ ਭਰੋਸਾ ਕਿਸਾਨਾਂ ਨੂੰ ਨਹੀਂ ਹੋ ਰਿਹਾ। ਹੁਣ ਇਸ ਭਰੋਸੇ ਨੂੰ ਬਣਾਉਣ ਵਾਸਤੇ ਬੀਜੇਪੀ ਨੂੰ ਕੀ ਕਰਨਾ ਚਾਹੀਦਾ ਹੈ? ਬੀਜੇਪੀ ਕਿਸਾਨਾਂ ਦੀ ਵੀ ਡਿਮਾਂਡ ਹੈਗੀ ਹੈ ਕਿ ਐਕਟ ਦੇ ਵਿੱਚ ਅਮੈਂਡਮੈਂਟ ਕਰਕੇ ਇਹ ਗੱਲ ਐਕਟ ਦੇ ਵਿੱਚ ਹੀ ਲਿਖੀ ਜਾਏ ਕਿ MSP ਕੰਟੀਨਿਊ ਰਹੇਗੀ ਔਰ ਖਾਸ ਕਰਕੇ ਸਰਕਾਰੀ ਖਰੀਦ ਵੀ ਕੰਟੀਨਿਊ ਰਹੇਗੀ। ਹੁਣ ਤੀਜੀ ਗੱਲ ਆਉਂਦੀ ਹੈ ਕਿ ਜਿਹੜੇ ਪ੍ਰਾਈਵੇਟ ਪਲੇਅਰਸ ਨੇ ਉਹ MSP ਤੋਂ ਘੱਟ ਖਰੀਦ ਨਾ ਕਰਨ, ਇਹ ਵੀ ਗੱਲ ਕਿਸਾਨ ਚਾਹੁੰਦੇ ਨੇ ਐਕਟ ਦੇ ਵਿੱਚ ਲਿਆਈ ਜਾਏ। ਹੁਣ ਇਹਦੇ ਵਿੱਚ ਗ੍ਰੇਡੇਸ਼ਨ ਕਰਨ ਦੀ ਗੱਲ, ਅੱਜ ਸੁਰਜੀਤ ਜਿਆਨੀ ਉਹਨਾਂ ਦੀ ਗੱਲ ਹੋ ਰਹੀ ਸੀ ਪੱਤਰਕਾਰਾਂ ਦੇ ਨਾਲ, ਉਹਨਾਂ ਨੇ ਕਿਹਾ ਵੀ ਹਾਂ ਅਸੀਂ ਇਹ ਗੱਲ ਕਿੱਦਾਂ ਲਿਖ ਦਈਏ ਕਿ ਪ੍ਰਾਈਵੇਟ ਪਲੇਅਰਸ ਇੰਨੇ ਤੋਂ ਘੱਟ ਉੱਥੇ ਉਦੋਂ ਖਰੀਦ ਨਹੀਂ ਕਰਨਗੇ। ਜੇ ਕਿਸਾਨ ਵੇਚਣ ਨੂੰ ਤਿਆਰ ਹੋ ਗਏ, ਜੇ ਉਹਨਾਂ ਦੀ ਫਸਲ ਦੇ ਵਿੱਚ ਕੋਈ ਕਮੀ ਹੋਈ, ਤੇ ਅਸੀਂ ਕਿੱਦਾਂ ਪ੍ਰਾਈਵੇਟ ਪਲੇਅਰਸ ਨੂੰ ਮਜਬੂਰ ਕਰ ਸਕਦੇ ਹਾਂ ਕਿ ਤੁਸੀਂ MSP ਤੋਂ ਘੱਟ ਉਹਨੂੰ ਨਹੀਂ ਖਰੀਦੋਗੇ? ਯਾਨੀ ਇਹ ਇੱਕ ਇਸ ਤਰ੍ਹਾਂ ਦੇ ਇਸ਼ੂਜ਼ ਹੈਗੇ ਹੈ। ਜੇ ਵਰਬਲੀ ਬੀਜੇਪੀ ਪ੍ਰੋਮਿਸ ਕਰ ਰਹੀ ਹੈ ਤੇ ਕੀ ਉਹ ਐਕਟ 'ਚ ਲਿਆ ਕੇ ਆ ਸਕਦੀ ਹੈ? ਜੇ ਬੀਜੇਪੀ ਦਾ ਕੋਈ ਹਿਡਨ ਏਜੰਡਾ ਨਾ ਹੋਇਆ, ਜੇ ਕਹਿ ਰਹੇ ਆ, ਤੇ ਫਿਰ ਅਗਰ ਇਹ ਗੱਲ ਜਿਹੜੀ ਉਹ ਵਰਬਲ ਤੌਰ ਤੇ ਈਵਨ ਐਗਰੀਕਲਚਰ ਮਿਨਿਸਟਰ ਨੇ ਲਿਖਿਤ ਤੌਰ ਤੇ ਵੀ ਇਹ ਗੱਲ ਪ੍ਰੋਮਿਸ ਕੀਤੀ ਸੀਗੀ, ਜੇ ਉਹੀ ਗੱਲ ਐਕਟ 'ਚ ਲੈ ਕੇ ਆਈ ਜਾਏ ਤੇ ਕਿਸਾਨਾਂ ਦੀ ਸਮੱਸਿਆ ਜਾਂ ਕਿਸਾਨਾਂ ਦੀ ਜਿਹੜੀ ਡਿਮਾਂਡ ਹੈ, ਤੁਹਾਡੇ ਕਹਿਣ ਦਾ ਮਤਲਬ ਹੈ ਕਿ ਜੇ ਅਮੈਂਡਮੈਂਟ ਕਰ ਦੇਣ, ਜੀ ਬਿਲਕੁਲ ਹੋ ਸਕਦਾ ਔਰ ਇੱਕਦਮ ਗਰਾਊਂਡ ਚੇਂਜ ਹੋ ਸਕਦਾ। ਮੇਰੀ ਕਈ ਕਿਸਾਨਾਂ ਨਾਲ ਵੀ ਗੱਲ ਹੋਈ, ਕਹਿੰਦੇ ਅਗਰ ਬੀਜੇਪੀ ਜਾਂ ਮੋਦੀ ਸਾਹਿਬ ਉਸ ਐਕਟ ਦੇ ਵਿੱਚ ਇਹ ਗੱਲ ਲਿਖ ਦੇਣ ਕਿ MSP ਵਿਲ ਕੰਟੀਨਿਊ ਔਰ ਸਰਕਾਰੀ ਖਰੀਦ ਵੀ ਜਾਰੀ ਰਹੇਗੀ, ਤੇ ਕਿਸਾਨ ਇੱਕਦਮ ਪਲਟੀ ਮਾਰ ਜਾਣਗੇ। ਜੋ ਤਰੀਕਾ ਹੈਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੰਮ ਕਰਨ ਦੇ ਸਟਾਈਲ ਦਾ, ਉਹ ਪਿੱਛੇ ਨਹੀਂ ਮੁੜਦੇ। ਜਾਣੀ ਕਿ ਜੋ ਉਹਨਾਂ ਦੀ ਆਦਤ ਹੈਗੀ, ਸੁਭਾਅ ਹੈਗਾ ਰਾਜਨੀਤਿਕ ਤੌਰ ਤੇ ਵੀ, ਉਹ ਜਦੋਂ ਸੋਧ ਕੀਤੀ ਜਾਣੀ ਹੈ ਬਿੱਲਾਂ ਦੇ ਵਿੱਚ, ਉਹ ਇੱਕ ਵੱਡੀ ਹਾਰ ਵੀ ਮੰਨੀ ਜਾਣੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਾਤੇ 'ਚ ਹਾਰ ਵੀ ਪੈਣੀ ਹੈ। ਤੁਸੀਂ ਹੁਣ ਇਹ ਸੋਚ ਕੇ ਦੇਖੋ ਵੀ ਕਿ ਬੀਜੇਪੀ ਉਹ ਹਾਰ ਪਾਉਣ ਨੂੰ ਤਿਆਰ ਆ ਜਾਂ ਨਰਿੰਦਰ ਮੋਦੀ ਉਹ ਆਪਣੀ ਝੋਲੀ ਦੇ ਵਿੱਚ ਆਪਣੀ ਹਾਰ ਪਾਉਣ ਨੂੰ ਤਿਆਰ ਆ, ਜਿਹੜਾ ਕਿ ਕਿਸੇ ਵੀ ਗੱਲ ਨੂੰ ਬਹੁਤ ਐਡੇ ਤਿੱਖੇ ਵਿਰੋਧ ਹੋਏ ਆ ਤੇ ਉਹਨੇ ਕਿਸੇ ਵੀ ਗੱਲ ਦੀ ਕੋਈ ਪਰਵਾਹ ਨਹੀਂ ਕੀਤੀ ਤੇ ਉਹ ਪਿੱਛੇ ਮੁੜ ਕੇ ਨਹੀਂ ਦੇਖਿਆ। ਹੁਣ ਵੀ ਜਿਹੜਾ ਉਹਨਾਂ ਦਾ ਸਭ ਤੋਂ ਪੁਰਾਣਾ ਅਲਾਇੰਸ ਸੀਗਾ ਅਕਾਲੀ ਦਲ, ਉਹਦੀ ਵੀ ਉਹਨੇ ਪਰਵਾਹ ਨਹੀਂ ਕੀਤੀ ਤੇ ਉਹ ਰਾਸ਼ਟਰਪਤੀ ਕੋਲ ਵੀ ਗਏ, ਜਾਣੀ ਕਿ ਵੀ ਬਿੱਲਾਂ 'ਤੇ ਸਾਈਨ ਨਾ ਕਰਿਓ। ਉਹਨਾਂ ਨੇ ਇੱਕ ਜਿੱਦਾਂ ਵੀ ਕਹਿ ਲਓ ਮੂੰਹ ਰੱਖਣ ਦੇ ਲਈ ਵੀ, ਜਾਣੀ ਕਿ ਇੱਕ ਹੁੰਦਾ ਨਾ ਪ੍ਰੋਸੀਜਰ ਵਿੱਚ 14 ਕੁ ਦਿਨਾਂ ਲਈ ਉਹ ਬਿੱਲ ਨੂੰ ਮੋੜ ਸਕਦਾ ਵੀ ਇੱਕ ਵਾਰੀ ਪੁਨਰ ਵਿਚਾਰ ਕਰੋ। ਹਾਲਾਂਕਿ ਉਹਨਾਂ ਦੇ ਸਾਈਨ ਕਰਨੇ ਹੀ ਕਰਨੇ ਹੁੰਦੇ ਆ, ਉਹਦੀ ਮਜਬੂਰੀ ਹੈ, ਪਰ ਉਹਨੇ ਉਹ ਵੀ ਨਹੀਂ ਕੀਤਾ। ਇਸ ਕਰਕੇ ਇਹ ਅਮੈਂਡਮੈਂਟ ਹੋਣ ਦੀਆਂ ਸੰਭਾਵਨਾਵਾਂ ਜਿਹੜੀਆਂ ਹੈਗੀਆਂ ਉਹ ਬੜੀਆਂ ਘੱਟ ਆ। ਪਰ ਜਿਹੜਾ ਤਾਕਤ ਦਿਖਾ ਰਿਹਾ ਕਿਸਾਨ, ਉਹਦੇ ਤੋਂ ਲੱਗਦਾ ਵੀ ਇਹ ਜਿੱਤ ਪ੍ਰਾਪਤ ਕਰਨਗੇ। ਇਹ ਹਾਰ ਵੀ ਹੋਣੀ ਹੈ ਸਰਕਾਰ ਦੀ ਤੇ ਇਹ ਬਿੱਲ ਵੀ ਵਾਪਸ ਹੋਣਗੇ। ਤੁਸੀਂ ਦੇਖੀ ਜਾਇਓ, ਸਮਾਂ ਜ਼ਰੂਰ ਲੱਗਣਾ ਪਰ ਜਿੱਤ ਆਖਰ ਨੂੰ ਕਿਸਾਨਾਂ ਦੀ ਹੋਣੀ। ਲੋਕਾਂ ਦੀ ਯਾਦਾਸ਼ਤ ਕਹਿੰਦੇ ਹੁੰਦੇ ਵੀ ਬਹੁਤ ਕਮਜ਼ੋਰ ਹੁੰਦੀ ਹੈ,
ਤੇ ਦੇਖਿਆ ਵੀ ਗਿਆ ਵੀ ਲੋਕੀ ਭੁੱਲ ਬਹੁਤ ਛੇਤੀ ਜਾਂਦੇ ਆ। ਇਲੈਕਸ਼ਨ ਨੂੰ ਹਜੇ ਕਰੀਬ ਸਾਲ ਤੋਂ ਵੱਧ ਦਾ ਸਮਾਂ ਪਿਆ। ਤੁਹਾਨੂੰ ਲੱਗਦਾ ਵੀ ਅਕਾਲੀ ਦਲ ਆਪਣੀ ਇਮੇਜ ਹੋਰ ਅਪ ਕਰ ਸਕਣਗੇ? ਨਹੀਂ, ਇਹ ਤੁਹਾਨੂੰ ਨਹੀਂ ਲੱਗਦਾ ਵੀ ਲੋਕਾਂ ਦੀ ਯਾਦ ਸ਼ਕਤੀ ਬਹੁਤ ਥੋੜ੍ਹੀ ਹੁੰਦੀ ਹੈ। 2015 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀ ਅਤੇ 17 ਦੇ ਵਿੱਚ ਇਲੈਕਸ਼ਨ ਹੋਈ ਸੀ। ਤੁਸੀਂ ਦੇਖੋਗੇ ਉਹ ਡੇਢ ਸਾਲ ਜਿਹੜਾ ਸੀਗਾ ਲੋਕੀ ਭੁੱਲੇ ਨਹੀਂ, ਅਤੇ ਲੋਕੀ ਹਜੇ ਤੱਕ ਵੀ ਨਹੀਂ ਭੁੱਲੇ। 2015 ਤੋਂ ਲੈ ਕੇ ਹੁਣ 20 ਆ ਗਿਆ, ਲੋਕੀ ਭੁੱਲੇ ਉਸ ਗੱਲ ਨੂੰ। ਹਜੇ ਵੀ ਉਹ ਸਬਕ ਸਿਖਾਉਣ ਨੂੰ ਤਿਆਰ ਆ ਕਿ ਇਹਨਾਂ ਨੇ ਡੇਢ ਸਾਲ ਦੇ ਵਿੱਚ ਆਪਣੇ ਕੱਖ ਨਹੀਂ ਸੀ ਕੀਤਾ। ਅਤੇ ਉਹੀ ਸਬਕ ਹੁਣ ਉਹ ਕਾਂਗਰਸ ਨੂੰ ਵੀ ਸਿਖਾਉਣਗੇ ਵੀ, ਕਿਉਂਕਿ ਦੇਖੋ ਜਿਹੜਾ ਸ਼੍ਰੋਮਣੀ ਅਕਾਲੀ ਦਲ ਆਵਾਜ਼ ਬੁਲੰਦ ਨਹੀਂ ਕਰ ਸਕਿਆ ਕਿਸਾਨਾਂ ਦੀ, ਉਹਨਾਂ ਦੀ ਜਿਹੜੀ ਵਿਰੋਧਤਾ ਹੋ ਰਹੀ ਆ, ਕਾਂਗਰਸ ਉਹਨੂੰ ਆਪਣੇ ਫਾਇਦੇ 'ਚ ਦੇਖ ਰਹੀ ਹੈ। ਬਤੌਰ ਪੱਤਰਕਾਰ ਸਾਨੂੰ ਕਈ ਕਾਂਗਰਸ ਲੀਡਰਾਂ ਦੇ ਵੀ ਫੋਨ ਆਉਂਦੇ ਆ, ਉਹ ਪੁੱਛਦੇ ਹੁੰਦੇ ਆ ਵੀ ਹੁਣ ਅਕਾਲੀ ਦਲ ਦਾ ਹਾਲ ਮਾੜਾ, ਹੁਣ ਸਾਡਾ ਹੀ ਨੰਬਰ ਲੱਗਣਾ। ਮੈਂ ਕਿਹਾ ਤੁਸੀਂ ਭੁਲੇਖੇ 'ਚ ਕਿਉਂ? ਇਹ 'ਚ ਵੀ ਤੁਹਾਡੀ ਪ੍ਰਾਪਤੀ ਤਾਂ ਕੋਈ ਨਹੀਂ, ਤੁਸੀਂ ਅਕਾਲੀ ਦਲ ਦੀ ਫੇਲਿਓਰ ਦੇ ਉੱਤੇ ਟਿਕੇ ਹੋਏ। ਜਾਣੀ ਕਿ ਲੋਕ ਪੰਜਾਬ ਦੇ ਬਹੁਤ ਸਿਆਣੇ ਆ। ਇਹ ਜਿੱਦਾਂ ਦਾ ਜਾਣੀ ਕਿ ਜੋ ਹੁਣ 25 ਨੇ ਦਿਖਾ ਲਿਆ ਨਾ, ਜਿਹੜੀ ਤਾਕਤ ਲੋਕਾਂ ਦੀ, ਉਸ ਤਾਕਤ ਨੇ ਇਹਦੇ ਵਿੱਚੋਂ ਰਾਜਨੀਤਿਕ ਮਹਾਂਦਰਾ ਵੀ ਕੱਢ ਦੇਣਾ ਹੈਗਾ। ਉਹ ਜਿਹਾ ਸਮਾਂ ਲੱਗਣਾ ਹੈਗਾ। ਭਾਵੇਂ ਕਿ ਰਾਜਨੀਤਿਕ ਜਿਹੜੇ ਦਲ ਆ, ਸ਼੍ਰੋਮਣੀ ਅਕਾਲੀ ਦਲ ਆ, ਚਾਹੇ ਕਾਂਗਰਸ ਆ, ਚਾਹੇ ਬਸਪਾ ਹੈਗੀ ਆ, ਉਹ ਬਦਲੇ ਸਮੀਕਰਨਾਂ ਨੂੰ ਆਪਣੇ ਢੰਗ ਨਾਲ ਦੇਖਦੇ ਆ। ਪਰ ਇਹਦੇ ਵਿੱਚੋਂ ਕੋਈ ਵੀ ਚਿਹਰਾ, ਤੁਸੀਂ ਜੇ ਨਵਜੋਤ ਸਿੱਧੂ ਦੀ ਜਿਹੜਾ ਉਹ ਆਪਣੇ ਪਿੰਡ ਗਿਆ ਸੀ, ਉਹਦੀ ਜੇ ਸਪੀਚ ਨੂੰ ਸੁਣੋ, ਉਹ ਇੱਕ ਇਸ਼ਾਰਾ ਕਰਕੇ ਆਇਆ। ਉਹ ਕਹਿੰਦਾ ਵੀ ਜਿਹੜਾ ਤੁਸੀਂ ਇਹਨਾਂ ਲੀਡਰਾਂ ਕੋਲੋਂ ਮੰਗਦੇ ਆ, ਤੁਸੀਂ ਆਪਣੇ ਯਾਨੀ ਕਿ MLA ਕਿਉਂ ਨਹੀਂ 10-15 ਭੇਜਦੇ ਵਿਧਾਨ ਸਭਾ 'ਚ? ਤੁਸੀਂ ਦੇਖੋ ਇਸ ਗੱਲ ਦਾ ਮਤਲਬ ਕੀ ਨਿਕਲਿਆ ਕਿ ਉਹ ਇੱਕ ਤਰ੍ਹਾਂ ਨਾਲ ਇਸ਼ਾਰਾ ਕਰ ਰਿਹਾ ਵੀ ਤੁਸੀਂ ਤਕੜੇ ਹੋ ਜਾਓ, ਤਾਕਤ ਤੁਹਾਡੇ ਕੋਲ ਆ, ਤੁਸੀਂ ਕੀ ਨਹੀਂ ਕਰ ਸਕਦੇ। ਅੱਛਾ ਸਰ, ਇੱਕ ਗੱਲ ਹੋ ਰਿਹਾ ਕਿ ਕਾਂਗਰਸ ਨੇ ਵੀ ਕੋਈ ਵਧੀਆ ਕਾਰਗੁਜ਼ਾਰੀ ਨਹੀਂ ਕੀਤੀ ਪਿਛਲੇ ਸਾਲਾਂ ਦੌਰਾਨ, ਅਤੇ ਕੀ ਉਹਨੂੰ ਇਹ ਕਿਸਾਨੀ ਮੁੱਦੇ ਨੂੰ ਪੂਰੀ ਤਰ੍ਹਾਂ ਯੂਜ਼ ਕਰ ਰਹੇ ਆ ਕਿ ਆਪਾਂ ਮਤਲਬ ਇਹਨੂੰ ਪੂਰੀ ਤਰ੍ਹਾਂ ਕੈਸ਼ ਕਰੀਏ ਅੱਗੇ ਵਧਣ ਦੇ? ਦੇਖੋ, ਇਹ ਤਾਂ ਤੁਹਾਨੂੰ ਪਹਿਲਾਂ ਕਹਿ ਚੁੱਕਾ ਵੀ ਕਾਂਗਰਸ ਕੈਪਟਨ ਦੀ ਜਿਹੜੀ ਸਰਕਾਰ ਹੈਗੀ ਆ, ਉਹਦੀ ਕਾਰਗੁਜ਼ਾਰੀ ਜ਼ੀਰੋ ਆ। ਜਾਣੀ ਕਿ ਕੋਈ ਇੱਦਾਂ ਦੀ ਉਹ ਇੱਕ ਵੀ ਪ੍ਰਾਪਤੀ, ਚਾਹੇ ਮੈਨੀਫੈਸਟੋ 'ਚ ਹਮੇਸ਼ਾ ਸਾਰੀਆਂ ਪਾਰਟੀਆਂ ਕਹਿੰਦੀਆਂ ਹੁੰਦੀਆਂ ਵੀ ਅਸੀਂ ਸਾਰੇ ਵਾਅਦੇ ਪੂਰੇ ਕਰਤੇ। ਹੁਣ ਵੀ ਤੁਸੀਂ ਕਿਸੇ ਕਾਂਗਰਸੀ ਲੀਡਰ ਨੂੰ ਵੱਡੇ ਨੂੰ ਪੁੱਛ ਲਓਗੇ, ਉਹ ਕਹਿ ਦੂੰਗਾ ਇਹ ਗੱਲ ਵੀ ਅਸੀਂ ਸਾਰੇ ਵਾਅਦੇ ਜਿਹੜੇ ਆ ਪੂਰੇ ਕਰਤੇ, ਜਿਹੜੇ ਇੱਕ ਦੋ ਰਹਿੰਦੇ ਉਹ ਵੀ ਪੂਰੇ ਕਰ ਦੇਣਗੇ। ਪਰ ਜੇ ਵਾਅਦੇ ਪੂਰੇ ਕੀਤੇ ਆ ਅਤੇ ਲੋਕ ਜਿਹੜੇ ਆ ਉਹ ਇੰਨੇ ਪਰੇਸ਼ਾਨ ਕਿਉਂ ਆ, ਲੋਕ ਸੜਕਾਂ 'ਤੇ ਕਿਉਂ ਆ? ਇਹ ਗੱਲਾਂ ਹੋਣੀਆਂ। ਜਾਣੀ ਕਿ ਜਦੋਂ ਹੁਣ ਤਾਂ ਪੰਜਾਬ ਦਾ ਮਾਹੌਲ ਹੀ ਹੋਰ ਤਰ੍ਹਾਂ ਦਾ ਬਣ ਗਿਆ ਨਾ, ਕਿ ਜਿਹੜਾ ਪੰਜਾਬੀਆਂ ਨੇ ਏਕਾ ਦਿਖਾਇਆ, ਉਹਦੇ ਵਿੱਚ ਇਕੱਲੇ ਕਿਸਾਨਾਂ ਦੀ ਗੱਲ ਨਹੀਂ ਹੈਗੀ। ਇਹ 'ਚ ਮਜ਼ਦੂਰ ਵੀ, ਇਹ 'ਚ ਵਪਾਰੀ ਵੀ, ਇਹ 'ਚ ਮੁਲਾਜ਼ਮ ਵੀ, ਉਹ ਸਰਕਾਰ ਦੇ ਪ੍ਰਤੀ ਵੀ ਗੁੱਸਾ ਕੱਢਣ ਨੂੰ ਤਿਆਰ ਹੈ। ਅਤੇ ਜਿਨ੍ਹਾਂ ਨੇ ਕਿਸਾਨੀ ਦੇ ਆਪਣੇ ਆਪ ਨੂੰ ਚੈਂਪੀਅਨ ਕਹਾਉਣ ਦੀ ਪਾਰਟੀ, ਉਹਨਾਂ ਨੇ ਗੱਲ ਨਹੀਂ ਸੁਣੀ, ਉਹਨਾਂ ਦੇ ਪ੍ਰਤੀ ਵੀ ਉਹਨਾਂ ਨੇ ਜਿੱਦਾਂ ਕਹਿ ਲਓ ਵੀ ਪੰਜਾਬੀ 'ਚ ਉਹਨਾਂ ਨੇ ਜੁੱਤੀ ਲਾਈ ਹੋਈ ਹੈ। ਹੁਣ ਗੱਲ ਕਾਂਗਰਸ ਦੀ ਹੈਗੀ ਹੈ, ਸੂਬੇ ਦੀ ਸਰਕਾਰ ਦੀ ਹੈਗੀ ਹੈ। ਸੂਬੇ ਦੀ ਸਰਕਾਰ ਨੂੰ ਆਪਣਾ ਮੰਡੀ ਫੀਸ ਦਾ 4000 ਕਰੋੜ ਰੁਪਇਆ ਜਾਂਦਾ ਲੱਗਦਾ ਹੈ। ਇਸ ਕਰਕੇ ਉਹ ਰੌਲਾ ਪਾ ਰਹੇ ਹੈ ਕਿ ਵੀ ਸਾਡੀ ਮੰਡੀ ਫੀਸ ਤੇ ਚਲੇਗੀ, ਯਾਨੀ ਅਗਰ ਮੰਡੀਆਂ ਦੇ ਵਿੱਚ ਖਰੀਦਣੀ ਹੋਣਗੀ ਤੇ 4000 ਕਰੋੜ ਰੁਪਏ ਜਿਹੜਾ ਰੂਰਲ ਡਿਵੈਲਪਮੈਂਟ ਵਾਸਤੇ ਆਉਂਦਾ ਹੈ, ਉਹ ਕਿੱਥੋਂ ਆਏਗਾ? ਹੁਣ ਇਸ ਗੱਲ ਨੂੰ ਵੀ ਸਮਝਣ ਦੀ ਲੋੜ ਹੈ। APMC ਐਕਟ ਨੂੰ ਸਕ੍ਰੈਪ ਕਰਨ ਦੀ ਗੱਲ ਕਾਂਗਰਸ ਨੇ ਆਪਣੇ ਮੈਨੀਫੈਸਟੋ ਦੇ ਵਿੱਚ ਆਪ ਕਹੀ ਸੀ। ਉਸ ਤੋਂ ਇਲਾਵਾ 4-5 ਸੂਬਿਆਂ ਤੋਂ ਇਲਾਵਾ ਬਾਕੀ 25-26 ਸਟੇਟਸ ਦੇ ਵਿੱਚ ਇਹ APMC ਐਕਟ ਜਾਂ ਫਿਰ ਮੰਡੀਆਂ ਦੇ ਵਿੱਚ ਕੋਈ ਖਰੀਦ ਜਾਂ ਮੰਡੀ ਫੀਸ ਨਾਮ ਦੀ ਕੋਈ ਚੀਜ਼ ਨਹੀਂ ਹੈ। ਉੱਥੇ ਰੂਰਲ ਡਿਵੈਲਪਮੈਂਟ ਸਰਕਾਰਾਂ ਆਪ ਕਰਦੀ ਹੈ। ਹੁਣ ਸੈਂਟਰ ਸਟੇਟ ਰਿਲੇਸ਼ਨਸ ਨੂੰ ਡਿਫਾਈਨ ਕਰਨ ਵਾਸਤੇ ਕਾਂਗਰਸ ਦੀ ਸਰਕਾਰ ਜਾਂ ਸੂਬੇ ਦੀ ਸਰਕਾਰਾਂ ਕੇਂਦਰ ਦੇ ਉੱਤੇ ਇਸ ਐਕਟ ਦੀ ਜਿਹੜੀ ਐਵਜ਼ ਦੇ ਵਿੱਚ ਕੁਛ ਨਾ ਕੁਛ ਡਿਮਾਂਡ ਕਰ ਸਕਦੀ ਹੈ। ਲੇਕਿਨ ਹੁਣ ਮੰਡੀ ਫੀਸ ਲੈ ਕੇ ਰੂਰਲ ਡਿਵੈਲਪਮੈਂਟ ਦਾ ਕਰਨਾ, ਉਹ ਸਟੇਟ ਦਾ ਆਪਣਾ ਇੱਕ ਸਿਸਟਮ ਹੈਗਾ। ਕਿਉਂਕਿ ਮੈਂ ਜਿਸ ਤਰ੍ਹਾਂ ਪਹਿਲੇ ਕਿਹਾ ਕਿ ਬਹੁਤ ਸਾਰੀ ਸਟੇਟਸ ਦੇ ਵਿੱਚ ਇੱਦਾਂ ਦਾ ਕੋਈ ਸਿਸਟਮ ਨਹੀਂ ਹੈ। ਯਾਨੀ ਕਾਂਗਰਸ ਅਗਰ ਧਰਨਾ ਲਾ ਰਹੀ ਹੈ, ਪ੍ਰਦਰਸ਼ਨ ਕਰ ਰਹੀ ਹੈ, ਤੇ ਕਾਂਗਰਸ ਨੂੰ ਵੀ ਚੰਗੀ ਤਰ੍ਹਾਂ ਪਤਾ ਹੈ ਕਿ ਅਗਰ ਇਹ ਮੰਡੀ ਫੀਸ ਚਲੇਗੀ ਤਾਂ 4000 ਕਰੋੜ ਦਾ ਨੁਕਸਾਨ ਹੋਏਗਾ। ਹੁਣ ਅੱਗੇ ਚੱਲ ਕੇ ਇਹ ਕਿਸਾਨਾਂ ਦਾ ਸੰਘਰਸ਼ ਕਿਸ ਪਾਸੇ ਜਾਂਦਾ? ਕਿਉਂਕਿ MSP ਦੀ ਖਰੀਦ ਅੱਜ ਵੀ ਚੱਲ ਰਹੀ ਹੈ। ਜੇ ਇਸ ਗੱਲ ਨੂੰ ਸਰਕਾਰ ਕੇਂਦਰ ਦੀ ਕਿਸਾਨਾਂ ਨੂੰ ਵਿਸ਼ਵਾਸ ਦਿਲਾ ਦੇ ਕਿ MSP ਕੰਟੀਨਿਊ ਰਹੇਗੀ, ਬਾਜ਼ਾਰ ਦੇ ਵਿੱਚ ਖਰੀਦ ਚੱਲਦੀ ਰਹੇਗੀ, ਤੇ ਮੈਨੂੰ ਇਹ ਲੱਗਦਾ ਹੈ ਕਿ ਕਿਸਾਨ ਇਸ ਗੱਲ ਨੂੰ ਮੰਨ ਜਾਣਗੇ। ਹਜੇ ਵਰਬਲੀ ਜ਼ਿਆਦਾ ਗੱਲ BJP ਕਰਦੀ ਹੈ ਤੇ ਕਿਸਾਨ ਇਸ ਗੱਲ ਦੇ ਉੱਤੇ ਭਰੋਸਾ ਨਹੀਂ ਕਰਦੇ। ਉਹ ਭਰੋਸਾ
ਬੀਜੇਪੀ ਨੇ ਆਪ ਖੋਇਆ, ਕਿਉਂਕਿ ਪਹਿਲੇ GST ਦੇ ਮੁੱਦੇ ਤੇ ਪਾਰਲੀਮੈਂਟ ਦੇ ਵਿੱਚ ਸੂਬਿਆਂ ਨੂੰ ਉਹਨਾਂ ਨੇ ਵਿਸ਼ਵਾਸ ਦਿਲਾਇਆ ਸੀਗਾ ਕਿ ਅਸੀਂ GST ਦੇ ਵਿੱਚ ਜਿੰਨਾ ਲਾਸ ਹੋਏਗਾ ਉਹਦਾ ਕੰਪਨਸੇਟ ਉਹਨਾਂ ਨੂੰ ਕਰਾਂਗੇ। ਬਾਅਦ ਚੋਂ ਨਿਰਮਲਾ ਸੀਤਾਰਮਨ ਉਹਨਾਂ ਨੇ ਸਿਰਫ ਇੰਨੀ ਕੁ ਗੱਲ ਕਹਿ ਕੇ, ਖਾਸ ਕਰਕੇ ਕੋਵਿਡ ਪੀਰੀਅਡ ਦੇ ਵਿੱਚ, ਇਟ ਇਜ਼ ਐਨ ਐਕਟ ਆਫ ਗੋਡ, ਅਸੀਂ ਕੁਝ ਨਹੀਂ ਕਰ ਸਕਦੇ। ਜੇ ਐਦਾਂ ਦਾ ਹੀ ਬਾਅਦ ਚੋਂ ਬੀਜੇਪੀ MSP ਦੇ ਜਾਰੀ ਰਹਿਣ ਦੇ ਮੁੱਦੇ ਤੇ ਕੁਝ ਐਦਾਂ ਦਾ ਡਾਇਲੌਗ ਬੋਲਦੇ ਕਿ ਇਟਸ ਐਨ ਐਕਟ ਆਫ ਗੋਡ, ਇਸ ਗੱਲਾਂ ਕਰਕੇ ਲੋਕਾਂ ਦਾ, ਕਿਸਾਨਾਂ ਦਾ ਬੀਜੇਪੀ ਦੇ ਉੱਤੋਂ ਵਿਸ਼ਵਾਸ ਉੱਠਿਆ। ਸਰ ਇੱਕ ਗੱਲ ਮੈਂ ਹੋਰ ਕਹਿਣੀ ਚਾਹੁੰਦਾ ਕਿ ਦੁਆਬੇ ਦੇ ਵਿੱਚ ਦਲਿਤ ਪੋਲੀਟਿਕਸ ਹਮੇਸ਼ਾ ਭਾਰੀ ਰਹੀ ਹੈ। ਤੁਹਾਨੂੰ ਲੱਗਦਾ ਵੀ ਸ਼੍ਰੋਮਣੀ ਅਕਾਲੀ ਦਲ BSP ਦਾ ਅਲਾਇੰਸ ਕਰਨ ਦੀ ਕੋਸ਼ਿਸ਼ ਕਰੇਗੀ ਜਾਂ ਕੁਛ ਇੱਦਾਂ ਦਾ ਬਣੇਗਾ ਗਠਬੰਧਨ? ਬਿਲਕੁਲ ਇਹ ਗੱਲ ਤੁਸੀਂ ਸਹੀ ਕਹਿ ਰਹੇ ਹੋ ਕਿ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਕੰਬੀਨੇਸ਼ਨ ਪਹਿਲੇ ਵੀ ਬਣਿਆ ਸੀਗਾ, ਔਰ ਉਹਦੇ ਵਿੱਚ ਬਹੁਜਨ ਸਮਾਜ ਪਾਰਟੀ ਨੂੰ ਵੀ ਫਾਇਦਾ ਹੋਇਆ ਸੀਗਾ ਔਰ ਅਕਾਲੀ ਦਲ ਨੂੰ ਵੀ ਫਾਇਦਾ ਹੋਇਆ ਸੀਗਾ। ਹੁਣ ਇੱਦਾਂ ਦਾ ਹੀ ਕੁਛ ਅੱਗੇ ਚੱਲ ਕੇ ਪੋਲੀਟੀਕਲ ਸਮੀਕਰਨ ਬਹੁਤ ਸਾਰੇ ਵੱਖਰੇ ਵੱਖਰੇ ਬਣਨੇ, ਤੁਹਾਨੂੰ ਪਤਾ ਵੀ ਨਹੀਂ ਲੱਗੇਗਾ ਕਿ ਜਿਹੜਾ ਇੱਕ ਧੁਰ ਵਿਰੋਧੀਆਂ ਪਾਰਟੀ ਹੁੰਦੀ ਸੀ ਉਹ ਅਲਾਈਅੰਸ ਕਰਕੇ ਬੈਠੀ ਹੋਈ ਹੈ, ਜਿਹਦਾ ਮਹਾਰਾਸ਼ਟਰ 'ਚ ਹੋਇਆ। ਉਹ ਰਾਜਨੀਤਿਕ ਪਾਰਟੀਆਂ ਤਾਂ ਉਦੋਂ ਤੋਂ ਹੀ ਸਰਗਰਮ ਹੋ ਗਈਆਂ ਜਿੱਦਣ ਦਾ ਨਾਤਾ ਤੋੜਿਆ। ਹੁਣ ਜਿਹੜੇ ਬਸਪਾ ਦੇ ਪ੍ਰਧਾਨ ਆ ਸਟੇਟ ਦੇ, ਜਸਵੀਰ ਸਿੰਘ ਗੜੀ, ਉਹ ਅਗਲੇ ਦਿਨ ਹੀ ਆਪਣੇ ਮਾਇਆਵਤੀ ਕੋਲ ਚਲੇ ਗਿਆ ਸੀ, ਜਿਹੜੀ ਪਾਰਟੀ ਦੇ ਉਹਨਾਂ ਕੌਮੀ ਪ੍ਰਧਾਨ ਆ। ਉਹਦੇ ਨਾਲ ਉਹਨੇ ਰਾਜਨੀਤਿਕ ਜਿਹੜੀ ਸਾਂਝ ਕੀਤੀ ਆ, ਵਿਚਾਰਾਂ ਕੀਤੀਆਂ। ਇੱਕੋ ਇੱਕ ਪਾਰਟੀ ਬਸਪਾ ਜਿਹਨੇ ਹਰਸਿਮਰਤ ਕੌਰ ਬਾਦਲ ਦੇ ਅਸਤੀਫੇ ਦਾ ਸਵਾਗਤ ਕੀਤਾ ਸੀ। ਕਿਸੇ ਹੋਰ ਪਾਰਟੀ ਨੇ ਕਿਹਾ, ਕਿਉਂਕਿ ਸਾਰੀਆਂ ਪਾਰਟੀਆਂ ਨੇ ਇਹ ਗੱਲ ਕਹੀਆਂ, ਬਾਕੀ ਧਿਰਾਂ ਨੇ ਵੀ, ਕਿ ਅਸਤੀਫਾ ਮਜਬੂਰੀ 'ਚੋਂ ਨਿਕਲਿਆ। ਜਿਹੜੀ ਚੀਜ਼ ਮਜਬੂਰੀ 'ਚੋਂ ਨਿਕਲੀ ਹੋਵੇ ਉਹਦਾ ਤੁਸੀਂ ਸਵਾਗਤ ਕਿਉਂ ਕਰਨਾ? ਇਹ ਸਿਰਫ ਬਸਪਾ ਨੇ ਕੀਤਾ। ਇਹਦਾ ਸੰਕੇਤ ਹੈ ਜਦੋਂ ਗੱਠਜੋੜ ਤੋੜਿਆ ਰਾਤ ਨੂੰ 25 ਤਰੀਕ ਨੂੰ, ਉਦੋਂ ਵੀ ਜਿਹੜਾ ਸਵਾਗਤ ਆ ਉਹ ਬਸਪਾ ਨੇ ਕੀਤਾ ਸੀ, ਬਾਕੀ ਕਿਸੇ ਪਾਰਟੀ, ਕਿਸੇ ਧਿਰ ਨੇ ਨਹੀਂ ਸੀ ਕੀਤਾ। ਇਹ ਜਿਹੜੇ ਸੰਕੇਤ ਆ ਕਿ ਬਸਪਾ ਤੇ ਅਕਾਲੀ ਦਲ ਇਕੱਠੇ ਹੋ ਸਕਦੇ ਆ, ਤੇ ਕਿਉਂਕਿ ਦੋਨਾਂ ਨੂੰ ਲੋੜ ਆ, ਇਕੱਲੀ ਬਸਪਾ ਵੀ ਕੁਛ ਨਹੀਂ ਕਰ ਸਕਦੀ। ਪਰ ਇਸ ਵੇਲੇ ਜਿਹੜੇ ਹਾਲਾਤ ਆ ਜੇ, ਉਹ ਹਜੇ ਜਿਹੜਾ ਕਿਸਾਨ ਅੰਦੋਲਨ ਆ ਉੱਧਰ ਨੂੰ ਭਾਰੂ ਆ, ਤੇ ਸਾਰੇ ਮੁੱਦਿਆਂ ਨੂੰ ਉਹ ਕਿਸਾਨ ਅੰਦੋਲਨਾਂ ਦੇ ਵਿੱਚ ਵੀ ਦਲਿਤਾਂ ਦੇ ਮੁੱਦੇ ਵੀ ਉਠਾ ਰਿਹਾ ਜਿਹੜੇ ਕਿਸਾਨ।